ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬਰਾੜ। ਸਭ ਤੋਂ ਪਹਿਲਾਂ ਖਬਰ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਦੀ ਮੁਲਾਕਾਤ ਦੀ। ਅੱਜ ਦੇਰ ਸ਼ਾਮ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਿੱਚ ਬੈਠਕ ਹੋਈ ਹੈ। ਚਰਚਾ ਹੋਈ ਹੈ LAC ਨੂੰ ਲੈ ਕੇ ਕਿ ਕੀ ਇਸ ਵੇਲੇ ਮੌਜੂਦਾ ਹਾਲਾਤ ਨੇ। ਪੂਰੀ ਜਾਣਕਾਰੀ ਜੋ ਰੱਖਿਆ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ ਮੌਜੂਦਾ ਹਾਲਾਤਾਂ ਬਾਰੇ, ਸਰਹੱਦ ਤੇ ਕੀ ਹਾਲਾਤ ਨੇ, इस बारे पूरा ब्यौरा दिता गया और अगे दी रणनीति सरकार दी की रहन वाली है, क्योंकि विदेश मंत्रालय का भी बयान आया सी। उस लैवल ते की गलबात चल रही है जो 6 जून की मीटिंग सी, उस मीटिंग दे विच की समझौते होए सी, उसनूं लैके अगे चीन दे जिहड़े हमरुतबा ने उन्हां दे नाल की गलबात हुई है। इस सब का ब्यौरा अज केंद्री रखिया मंत्री राजनाथ सिंह वालों देर शाम प्रधानमंत्री नाल मुलाकात करके उन्हां नूं सारा ब्यौरा दिता गया है। सो प्रधानमंत्री दे नाल मुलाकात की है केंद्रीय रखिया मंत्री ने। राजनाथ सिंह होरां दी मुलाकात हुई है और पूरा ब्यौरा इस दे विच प्रधानमंत्री नूं दिता है। राजनाथ सिंह होरां ने इस वेले सरहद ते की हालात ने, ये भी चर्चावां ने कि पुराने जिहड़े समझौते होए ने पिछले दिनां दे विच, जो बैठकां दे विच सहमति बनी है, उसनूं लागू कीता जा सकदा है। इस तरीके दीयां भी खबरां आ रहीआं ने, पर की इस वेले मौजूदा स्थिति है उसनूं लैके सारी माहौल नूं लैके सारी जिहड़ी चर्चा है वो राजनाथ सिंह वालों प्रधानमंत्री दे नाल कीती गई है। ਤੇ ਇੱਕ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਜਿਹੜੀ ਗੱਲਬਾਤ ਹੈ ਉਹ ਬੇਨਤੀਜਾ ਰਹੀ ਹੈ। ਮੇਜਰ ਜਨਰਲ ਪੱਧਰ ਦੀ ਜਿਹੜੀ ਗੱਲਬਾਤ ਸੀ ਉਹ ਬੇਨਤੀਜਾ ਰਹੀ ਹੈ। ਮੀਟਿੰਗ ਦੌਰਾਨ ਦੋਨਾਂ ਦੇਸ਼ਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅੱਗੇ ਹੋਰ ਬੈਠਕਾਂ ਹੋ ਸਕਦੀਆਂ ਨੇ। ਸੋ ਅੱਜ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ, ਕਈ ਤਰ੍ਹਾਂ ਦੀਆਂ ਚਰਚਾਵਾਂ ਨਿਕਲ ਕੇ ਬਾਹਰ ਆ ਰਹੀਆਂ ਨੇ, ਕਿਉਂਕਿ ਜਿੰਨੀਆਂ ਵੀ ਖਬਰਾਂ ਨੇ ਇਹ ਸਾਰੀਆਂ ਸੋਰਸਿਸ ਦੇ ਹਵਾਲੇ ਤੋਂ ਆਉਂਦੀਆਂ ਨੇ ਕਿ ਇੱਕ ਪਾਸੇ ਜਿਹੜੀ ਡਿਪਲੋਮੈਟਿਕ ਗੱਲਬਾਤ ਚੱਲ ਰਹੀ ਹੈ, ਇੱਕ ਪੋਲੀਟੀਕਲ ਲੈਵਲ ਤੇ ਗੱਲਬਾਤ ਚੱਲ ਰਹੀ ਹੈ ਔਰ ਇੱਕ ਗੱਲਬਾਤ ਜਿਹੜਾ ਮਿਲਟਰੀ ਲੈਵਲ ਤੇ ਚੱਲ ਰਹੀ ਹੈ। ਸੋ ਇਹ ਖਬਰ ਨਿਕਲ ਕੇ ਆ ਰਹੀ ਹੈ ਸੋਰਸਿਸ ਦੇ ਹਵਾਲੇ ਨਾਲ ਕਿ ਮੇਜਰ ਜਨਰਲ ਪੱਧਰ ਤੇ ਜਿਹੜੀਆਂ ਟਾਕਸ ਹੋਈਆਂ ਨੇ, ਜਿਹੜੀ ਗੱਲਬਾਤ ਦੇ ਵਿੱਚ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਆਮ ਸਹਿਮਤੀ ਨਹੀਂ ਬਣ ਸਕੀ ਹੈ ਔਰ ਇਸ ਤੋਂ ਅੱਗੇ ਹਲੇ ਹੋਰ ਬੈਠਕਾਂ ਹੋਣ ਦੀ ਆਸ ਹੈ। ਅੱਜ ਦੀ ਮੀਟਿੰਗ ਦੇ ਵਿੱਚ ਜਾਂ ਅੱਜ ਤੱਕ ਫਿਲਹਾਲ ਚੀਨ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਬੇਨਤੀਜਾ ਰਹੀ ਹੈ। ਮਿਲਟਰੀ ਪੱਧਰ ਤੇ ਮੇਜਰ ਜਨਰਲ ਪੱਧਰ ਦੀ ਜਿਹੜੀ ਗੱਲਬਾਤ ਸੀ। ਤੇ ਇਸ ਸਭ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨੇ ਵੀ ਇਸ ਪੂਰੇ ਵਿਵਾਦ ਤੇ ਚੀਨ ਨੂੰ ਦੋ ਟੁਕ ਸੁਣਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਜਵਾਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਵਿਅਰਥ ਨਹੀਂ ਜਾਏਗੀ, ਉਹ ਜ਼ਾਇਆ ਨਹੀਂ ਜਾਏਗੀ। ਕਿਸੇ ਨੂੰ ਕੋਈ ਭੁਲੇਖਾ ਇਸ ਬਾਬਤ ਨਹੀਂ ਹੋਣਾ ਚਾਹੀਦਾ ਔਰ ਭਾਰਤ ਉਕਸਾਉਣ ਤੇ ਤੁਰੰਤ ਜਵਾਬ ਦੇਣ ਦੇ ਸਮਰੱਥ ਹੈ। ਇਹ ਚੀਨ ਨੂੰ ਸਮਝ ਲੈਣਾ ਚਾਹੀਦਾ ਹੈ। ਨਾਲ ਦੀ ਨਾਲ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਭਾਰਤ ਆਪਣੀ ਅਖੰਡਤਾ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਯਾਨੀ ਚੀਨ ਨੇ ਅਗਰ ਆਪਣੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਭਾਰਤ ਉਸ ਦਾ ਜਵਾਬ ਦੇਣ ਦੇ ਲਈ ਪੂਰੀ ਤਰ੍ਹਾਂ ਸਮਰੱਥ ਵੀ ਹੈ ਤੇ ਤਿਆਰ ਵੀ ਹੈ। ਇਹ ਸੁਨੇਹਾ ਅੱਜ ਪ੍ਰਧਾਨ ਮੰਤਰੀ ਵੱਲੋਂ ਆਪਣੇ ਸੰਬੋਧਨ ਦੌਰਾਨ ਦਿੱਤਾ ਗਿਆ ਜਦੋਂ ਮੁੱਖ ਮੰਤਰੀਆਂ ਦੀ ਬੈਠਕ ਸੀ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਸ਼ੁਰੂਆਤੀ ਭਾਸ਼ਣ ਸੀ ਉਹ ਇਸੇ ਦੇ ਨਾਲ ਹੀ ਸ਼ੁਰੂ ਕੀਤਾ। ਇਸੇ ਦੇ ਨਾਲ ਹੀ ਉਹਨਾਂ ਇਹ ਸੰਦੇਸ਼ ਦਿੱਤਾ ਔਰ ਉਸ ਤੋਂ ਬਾਅਦ ਫਿਰ 2 ਮਿੰਟ ਦਾ ਮੌਨ ਰੱਖਿਆ ਗਿਆ ਉਹਨਾਂ ਸ਼ਹੀਦਾਂ ਦੇ ਲਈ ਜਿਨ੍ਹਾਂ ਨੇ ਸਰਹੱਦ ਤੇ ਆਪਣੀ ਜ਼ਿੰਦਗੀ ਦਾ ਬਲੀਦਾਨ ਦਿੱਤਾ ਹੈ ਦੇਸ਼ ਦੀ ਖਾਤਰ। हमने देश की अखंडता और संप्रभुता की रक्षा करने में अपनी शक्ति का प्रदर्शन किया है, अपनी क्षमताओं को साबित किया है। त्याग और तितिक्षा हमारे राष्ट्रीय चरित्र का हिस्सा है, लेकिन साथ ही विक्रम और वीरता भी उतना ही हमारे देश के चरित्र का हिस्सा है। मैं देश को भरोसा दिलाना चाहता हूं, हमारे जवानों का बलिदान व्यर्थ नहीं जाएगा। हमारे लिए भारत की अखंडता और संप्रभुता सर्वोच्च है
और इसकी रक्षा करने से हमें कोई भी रोक नहीं सकता। इस बारे में किसी को भी जरा भी भ्रम या संदेह नहीं होना चाहिए। भारत शांति चाहता है, लेकिन भारत उकसाने पर हर हाल में यथोचित जवाब देने में सक्षम है। ਤੇ ਐਲਏਸੀ ਤੇ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੇ ਵਿੱਚ ਪੰਜਾਬ ਦੇ 4 ਜਵਾਨ ਵੀ ਸ਼ਾਮਲ ਨੇ। ਸੋ ਸ਼ਹਾਦਤ ਦੀ ਖਬਰ ਜਦੋਂ ਮਿਲੀ ਤਾਂ ਪਰਿਵਾਰ ਦੇ ਵਿੱਚ ਇੱਕ ਸੋਗ ਦੀ ਲਹਿਰ ਜ਼ਰੂਰ ਦੌੜੀ, ਪਰ ਨਾਲ ਹੀ ਪਰਿਵਾਰਾਂ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਮਾਣ ਵੀ ਜਤਾਇਆ। ਰਿਪੋਰਟ ਦਿਖਾਉਂਦੇ ਹਾਂ। 1967 ਦੇ ਵਿੱਚ ਭਾਰਤ ਤੇ ਚੀਨ ਦੇ ਵਿਚਾਲੇ ਨਾਥੂਲਾ ਦੇ ਵਿੱਚ ਹੋਈ ਝੜਪ ਤੋਂ ਬਾਅਦ ਇੱਕ ਵਾਰ ਫਿਰ ਸਭ ਤੋਂ ਵੱਡਾ ਟਕਰਾਅ ਹੋਇਆ। ਇੱਕ ਹਿੰਸਕ ਝੜਪ ਦੇ ਵਿੱਚ ਭਾਰਤੀ ਸੈਨਾ ਦੇ ਇੱਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ। ਚੀਨ ਦੀ ਕਾਇਰਾਨਾ ਹਰਕਤ ਕਾਰਨ ਗਲਵਾਨ ਘਾਟੀ ਦੇ ਵਿੱਚ ਹੋਏ ਖੂਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਜਵਾਨਾਂ 'ਚ ਪੰਜਾਬ ਦੇ 4 ਪੁੱਤ ਵੀ ਸ਼ਾਮਲ ਨੇ, ਜਿਨ੍ਹਾਂ 'ਚ ਪਟਿਆਲਾ ਜ਼ਿਲ੍ਹੇ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਤੋਂ ਇਲਾਵਾ ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ, ਬੁਢਲਾਡਾ ਦੇ ਸਿਪਾਹੀ ਗੁਰਤੇਜ ਸਿੰਘ ਤੇ ਸੰਗਰੂਰ ਦੇ ਸਿਪਾਹੀ ਗੁਰਬਿੰਦਰ ਸ਼ਾਮਲ ਨੇ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਘਨੌਰ ਨੇੜਲੇ ਪਿੰਡ ਸੀਲ ਦਾ ਰਹਿਣ ਵਾਲਾ ਸੀ ਤੇ ਕੁਝ ਸਮਾਂ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਗੁਰਵਿੰਦਰ ਜੀ ਨੂੰ ਸ਼ੌਂਕ ਸੀਗਾ ਵੀ ਮੈਂ +2 ਕਰਕੇ ਮੈਂ ਆਰਮੀ ਦੇ ਵਿੱਚ ਜਾਊਂਗਾ, ਦੇਸ਼ ਲਈ ਸੇਵਾ ਕਰੂੰਗਾ ਜੀ, ਤੇ ਹੋਰ ਵਧੀਆ ਆਪਣਾ ਉਹ ਕਰੂੰਗਾ ਵੀ ਮਤਲਬ ਵੀ ਫੇਰ ਹੀ ਸ਼ਾਦੀ ਕਰਵਾਊਂਗਾ। ਵੀ ਉਹਨਾਂ ਚਿਰ ਮੈਂ ਸ਼ਾਦੀ ਨਹੀਂ ਕਰਵਾ ਸਕਦਾ ਵੀ ਜਿੰਨਾ ਚਿਰ ਮੈਂ ਨੌਕਰੀ ਤੇ ਨਹੀਂ ਲੱਗਦਾ ਹੈਗਾ। ਇਹ ਉਹਦਾ ਸ਼ੌਂਕ ਸੀਗਾ ਜੀ, ਬਸ ਨੌਕਰੀ ਹੀ ਕਰਕੇ ਮੈਂ ਸ਼ਾਦੀ ਕਰਵਾਊਂਗਾ, ਨਹੀਂ ਕਰਵਾਉਂਦਾ ਨਹੀਂ। ਆਰਮੀ 'ਚ ਬਸ ਉਹਨੂੰ ਸ਼ੌਂਕ ਹੀ ਸੀਗਾ ਜੀ, ਬਸ ਵੀ ਜਦੋਂ ਮਾਮੇ ਹੋਰੀ ਫੌਜੀ ਨੇ ਵੀ ਆਪਣੇ ਵੀ ਮੈਂ ਵੀ ਫੌਜ ਦੀ ਹੀ ਨੌਕਰੀ ਕਰਨੀ ਹੈ, ਵੀ ਹੋਰ ਨੌਕਰੀ ਨਹੀਂ ਮੈਂ ਕਰਨੀ ਹੈਗੀ। ਸਾਨੂੰ ਕੱਲ੍ਹ 9 ਵਜੇ ਲੱਗਾ ਸੀ ਪਤਾ ਸ਼ਾਮ ਨੂੰ, और किसी अननोन नंबर तो फ़ोन आया सीगा तो उन्होंने दसिया भी इतना शहीद हो गए। और फिर मैंने इंक्वायरी की और अपनी जूट के एक्सचेंज में बात की, और जूट की बात मतलब कि कहीं फ़ोन लग नहीं रहा था इनका सिविल नंबर, तो सरकारी नंबर से मैंने बात की और उनके ऑपरेटर से बात हुई। उन्होंने बोला कि जो आपको खबर मिल गई है वो सही है और मेरे को अपने भाई की शहादत के ऊपर मान है और मैं जे कहीं मौका मिल गया तो मैं इस चीज़ का जरूर बदला लूँगा। ਪੰਜਾਬ ਦੇ 4 ਜਵਾਨਾਂ ਦੀ ਸ਼ਹਾਦਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਗ ਜਤਾਇਆ ਗਿਆ। ਨਾਲ ਹੀ ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਦੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਗਲਵਾਨ ਘਾਟੀ 'ਚ ਚੀਨੀ ਫੌਜ ਦੇ ਨਾਲ ਹੋਈ ਹਿੰਸਕ ਝੜਪ ਦੇ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਵਿੱਚ ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦਾ 21 ਸਾਲਾ ਅੰਕੁਸ਼ ਠਾਕੁਰ ਵੀ ਸ਼ਾਮਲ ਹੈ। ਅੰਕੁਸ਼ ਠਾਕੁਰ ਸਾਲ 2018 ਦੇ ਵਿੱਚ ਪੰਜਾਬ ਰੈਜੀਮੈਂਟ ਦੇ ਵਿੱਚ ਭਰਤੀ ਹੋਏ ਸਨ। अंकुश ठाकुर की शहादत की खबर तो बाद परिवार समेत इलाके च गम का माहौल है। जब भी उससे कक्षा के में हम पूछते थे कि आपका भविष्य में क्या लक्ष्य है, क्या आप बनना चाहोगे, तो उसका हमेशा से एक ही जवाब होता था कि मैं भी अपने जो हमारे पिताजी हैं और दादाजी हैं उनके पद चिन्हों पर चढ़कर हम भी देश की सेवा के लिए मैं भी आर्मी में ही जाऊंगा। और उसने सिर्फ इसके लिए ही उसने प्रयास किए। हालांकि वो पढ़ने में बहुत ज़्यादा होशियार था, उसने मतलब वो कई फील्ड में और भी काम कर सकता था, लेकिन उसका बचपन से यही सपना रहा कि वो केवल सेना में ही भर्ती होकर देश की सेवा करेगा। चीन की इस दगाबाजी तो पूरा भारत गुस्से में है। देश के 20 जवानों की शहादत तो बाद प्रधानमंत्री मोदी ने भी साफ कर दिता है कि देश के सपूतां की कुर्बानी जाया नहीं जाएगी। मैं देश को भरोसा दिलाना चाहता हूं, हमारे जवानों का बलिदान व्यर्थ नहीं जाएगा। हमारे लिए भारत की अखंडता और संप्रभुता सर्वोच्च है और इसकी रक्षा करने से हमें कोई भी रोक नहीं सकता। इस बारे में किसी को भी जरा भी भ्रम या संदेह नहीं होना चाहिए। भारत शांति चाहता है, लेकिन
भारत उकसाने पर हर हाल में यथोचित हर हाल में यथोचित जवाब देने में सक्षम है। ਦੱਸ ਦਈਏ ਕਿ ਚੀਨ ਅਜਿਹਾ ਧੋਖੇਬਾਜ਼ ਗਵੰਡੀ ਹੈ ਜੋ ਹਮੇਸ਼ਾ ਦਾਅਵੇ ਤਾਂ ਦੋਸਤੀ ਦੇ ਕਰਦਾ ਹੈ, ਪਰ ਹਰ ਵਾਰ ਉਸਨੇ ਭਾਰਤ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਪਰ ਆਪਣੇ ਸਪੂਤਾਂ ਦੀ ਕੁਰਬਾਨੀ ਭਾਰਤ ਵਿਅਰਥ ਨਹੀਂ ਜਾਣ ਦੇਵੇਗਾ ਤੇ ਜਲਦ ਨਾਪਾਕ ਡਰੈਗਨ ਦਾ ਜ਼ਹਿਰੀਲਾ ਫਨ ਨੱਪ ਦਿੱਤਾ ਜਾਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਹੋਣੇ ਹੈ। ਤੇ ਹੁਣ ਗੱਲ ਕਰਦੇ ਹਾਂ ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਦੀ। 3500 ਦੇ ਪਾਰ ਪੰਜਾਬ ਦੇ ਵਿੱਚ ਆંકੜਾ ਪਹੁੰਚ ਚੁੱਕਿਆ ਹੈ ਔਰ ਅੱਜ 24 ਘੰਟਿਆਂ ਦੇ ਵਿੱਚ ਕਰੀਬ 150 ਨਵੇਂ ਮਾਮਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ। ਹੌਟਸਪੌਟ ਲੁਧਿਆਣਾ ਦੇ ਵਿੱਚ 40 ਨਵੇਂ ਕੇਸ ਆਏ, ਜਲੰਧਰ ਦੇ ਵਿੱਚ 33 ਨਵੇਂ ਕੇਸ ਆਏ, ਅੰਮ੍ਰਿਤਸਰ 'ਚ 17 ਨਵੇਂ ਮਾਮਲੇ ਸਾਹਮਣੇ ਆਏ, ਪਟਿਆਲਾ 'ਚ 11 ਜਿਹੜੇ ਹੈਲਥ ਸਟਾਫ ਸੀ, ਜਿਹੜਾ ਮੈਡੀਕਲ ਸਟਾਫ ਸੀ, ਉਹ ਪੋਜ਼ਿਟਿਵ ਪਾਇਆ ਗਿਆ, ਸਿਹਤ ਕਰਮੀ। ਬਠਿੰਡਾ ਦੇ ਵਿੱਚ 4 ਪੁਲਿਸ ਕਰਮੀ ਪੋਜ਼ਿਟਿਵ ਪਾਏ ਗਏ। ਪਠਾਨਕੋਟ ਤੇ ਫਿਰੋਜ਼ਪੁਰ ਦੇ ਵਿੱਚ 6 ਨਵੇਂ ਮਰੀਜ਼ ਜਿਹੜੇ ਨੇ ਉਹ ਸਾਹਮਣੇ ਆਏ ਨੇ। ਮੋਹਾਲੀ ਦੇ ਵਿੱਚ 5 ਨਵੇਂ ਮਾਮਲੇ ਰਿਪੋਰਟ ਹੋਏ ਨੇ। ਫਤਿਹਗੜ੍ਹ ਸਾਹਿਬ, ਮਾਨਸਾ ਤੇ ਮੋਗਾ ਦੇ ਵਿੱਚ 3 ਨਵੇਂ ਕੇਸ ਆਏ ਨੇ। ਫਾਜ਼ਿਲਕਾ, ਫਰੀਦਕੋਟ, ਹੁਸ਼ਿਆਰਪੁਰ ਦੇ ਵਿੱਚ ਇੱਕ ਨਵਾਂ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ। ਇਹ ਅੱਜ ਦੀ ਅਪਡੇਟ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀ ਸਥਿਤੀ ਰਹੀ, ਕਿੰਨੇ ਕੇਸ ਸਾਹਮਣੇ ਆਏ। ਸੋ ਕਰੀਬ ਅੱਜ 3500 ਆંકੜਾ ਪਹੁੰਚ ਗਿਆ, 3500 ਤੋਂ ਪਾਰ ਪਹੁੰਚ ਗਿਆ ਔਰ 150 ਦੇ ਕਰੀਬ ਨਵੇਂ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ। ਜ਼ਿਆਦਾ ਵੱਡੇ 3 ਜਿਹੜੇ ਵੱਡੇ ਹੌਟਸਪੌਟ ਨੇ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ, ਜਿੱਥੋਂ ਲੁਧਿਆਣਾ 'ਚ 40, ਜਲੰਧਰ 'ਚ 33 ਤੇ ਅੰਮ੍ਰਿਤਸਰ 'ਚ 17 ਮਾਮਲੇ ਸਾਹਮਣੇ ਆਏ। ਤੇ ਇੱਕ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਖਬਰ ਹੈ, ਉਹ ਖਬਰ ਤੁਹਾਨੂੰ ਦਿਖਾਉਂਦੇ ਹਾਂ ਕਿ ਜੀਰਕਪੁਰ ਦਾ ਛੱਤਬੀੜ ਚਿੜੀਆ ਘਰ, ਜਿੱਥੇ ਨਵਜੋਤ ਸਿੰਘ ਸਿੱਧੂ ਅੱਜ ਤੋਂ ਕਰੀਬ 2 ਸਾਲ ਪਹਿਲਾਂ ਜਦੋਂ ਉਹ ਮਿਨਿਸਟਰ ਸਨ ਪੰਜਾਬ ਸਰਕਾਰ ਦੇ ਵਿੱਚ, ਉਦੋਂ ਗਏ ਸੀ ਔਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਵੱਲੋਂ ਛੱਤਬੀੜ ਚਿੜੀਆ ਘਰ ਦੇ ਵਿੱਚ ਇੱਕ ਸ਼ੇਰਾਂ ਦੇ ਜੋੜੇ ਨੂੰ ਗੋਦ ਲੈਣ ਦਾ ਐਲਾਨ ਕੀਤਾ ਗਿਆ ਸੀ ਔਰ ਮੌਕੇ ਤੇ ਹੀ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਦਾ ਜੋ ਵੀ ਖਰਚਾ ਹੋਏਗਾ ਉਹ ਖੁਦ ਦੇਣਗੇ। ਸੋ ਉਸ ਵੇਲੇ ਨਵਜੋਤ ਸਿੰਘ ਸਿੱਧੂ ਵੱਲੋਂ ਪੁੱਛਿਆ ਗਿਆ ਕਿ ਖਰਚਾ ਕਿੰਨਾ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਕਰੀਬ 2 ਲੱਖ ਰੁਪਇਆ ਇੱਕ ਸ਼ੇਰ ਦਾ ਖਰਚਾ ਹੈ। ਸੋ ਦੋਨਾਂ ਦਾ 4 ਲੱਖ ਰੁਪਇਆ 1 ਸਾਲ ਦਾ ਬਣਦਾ ਹੈ। 2 ਸਾਲ ਹੋ ਗਏ ਨਵਜੋਤ ਸਿੰਘ ਸਿੱਧੂ ਉੱਥੋਂ ਚਲੇ ਗਏ, ਉਸ ਤੋਂ ਬਾਅਦ ਨਾ ਕੋਈ ਪੈਸਾ ਦਿੱਤਾ। 8,24,000 ਰੁਪਏ ਦਾ ਬਿੱਲ ਬਣ ਚੁੱਕਿਆ 2 ਸਾਲਾਂ ਦਾ ਤੇ ਹੁਣ ਛੱਤਬੀੜ ਚਿੜੀਆ ਘਰ ਵਾਲੇ ਸਿੱਧੂ ਨੂੰ ਲੱਭ ਰਹੇ ਨੇ ਤੇ ਸਿੱਧੂ ਉਹਨਾਂ ਨੂੰ ਮਿਲ ਨਹੀਂ ਰਹੇ। ਨਾ ਉਹਨਾਂ ਦਾ ਸੁਨੇਹਾ ਸਿੱਧੂ ਤੱਕ ਪਹੁੰਚ ਰਿਹਾ ਹੈ ਔਰ ਨਾ ਹੀ ਸਿੱਧੂ ਨੇ ਉਹਨਾਂ ਨੂੰ 2 ਸਾਲ ਦੇ ਵਿੱਚ ਕੋਈ ਪੈਸਾ ਦਿੱਤਾ ਹੈ। ਸੋ ਇਹ ਇੱਕ ਨਵਾਂ ਜਿਹੜਾ ਮੁੱਦਾ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜ ਗਿਆ ਹੈ। ਅਮਨ ਤੇ ਦੀਆ ਨਾਮ ਦਾ ਇਹ ਟਾਈਗਰ ਜੋੜਾ ਹੈ, ਜਿਸ ਜੋੜੇ ਨੂੰ ਨਵਜੋਤ ਸਿੰਘ ਸਿੱਧੂ ਨੇ ਇਸ ਚਿੜੀਆ ਘਰ ਦੇ ਵਿੱਚ ਜਦੋਂ ਪਹੁੰਚੇ ਸਨ ਉਸ ਵੇਲੇ ਗੋਦ ਲੈਣ ਦਾ ਐਲਾਨ ਕੀਤਾ ਸੀ। ਤੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।